गुरु साहिब जियो। माज महला तीजा। तेरे भगत सो हैं साचै दरबारे। गुर कै शब्द नाम सवारे। तेरे भगत सो हैं साचै दरबारे। गुर कै शब्द नाम सवारे। सदा आनंद रहें दिन राती। गुण कह गुणी समावणिया। हऊँ वारी जियो वारी। नाम सुन मन वसावणिया। हर जियो सच्चा ऊंचो ऊंचा। हऊँ मैं मार मिलावणिया रहा। हर जियो साचा साची नाई। गुर प्रसादी किसै मिलाई। गुर शब्द मिलह से विछुड़ै नाही। सहजे सच समावणिया। तुझ ते बाहर कछु न होए। तू कर कर वेखै जानै सोए। आपे करे कराए करता। गुरमत आप मिलावणिया। कामण गुणवंती हर पाए। पह पाए श्रृंगार बनाए। सतगुर सेव सदा सुहागण। सच उपदेश समावणिया। कामण गुणवंती हर पाए। पह पाए श्रृंगार बनाए। सतगुर सेव सदा सुहागण। सच उपदेश समावणिया। वाहिगुरु जी का खालसा वाहिगुरु जी की फतेह। जुगो जुग अटल तन तन गुरु ग्रंथ साहिब जी। गुरु पातशाह जी दी अजीम अपार बख्शिश। शाम समय सत्संगत दे पल असी माण रहे हैं। ओंटारियो खालसा दरबार इस पावन स्थान तो भावें आप संगती रूप में हाजिर हो या टेलीविजन राही या होर मीडिया सोर्स राही गुर शब्द तक सुरत जरिए रिसाई कर रहे हो, वडभागी हो। इस समा गुरबाणी व्याख्यान दा है। इस विच जो लड़ीवार गुरबाणी व्याख्या है माज राग चल रहा है। गुरु अमरदास महाराज महला तीजा। गुरु नानक जोत दा तीसरा जामा तीसरे जानशीन इन्हां बचनां नूं उचार रहे ने। विचार हमेशा की तरह मुख सुनेहे तो ही प्रारंभ करते हाँ। रहाव दा बंद है। हाँ वारी जियो वारी नाम सुन मन वसावणिया। मैं वारने जाना मैं कुर्बान जाना। गुरु अमरदास अपने आप ते बात टुका के ये कह रहे ने किन्ना तो नाम सुन मन वसावणिया। नाम एक हायर लैवल दियां टीचिंग्स सिक्ख्यावां लै लवो। वो लफज बचन अल्फाज हरख अखर बोल संदेश स्नेह वट एवर नेम यू वांट टू गिव यू कैन गिव इट। बट बाय listening, reading or following those sort of resources, person can get some sort of uplifting or at spiritual level. That is naam. बहुत simple explanation इच लियांदा जाए क्योंकि सिक्ख्या दी गल ते ये है कि मन का सुभाव बाणी तो बाहरला बचना पर सवैया है पटां दा। ਉਹਦੇ 'ਚ ਇਹ ਹੈ ਕਿ ਜਿਹੜਾ ਸਾਡਾ ਮਨ ਆ ਨਾ ਮਨ ਲੋਚੈ ਬੁਰਿਆਈਆਂ ਮਤਲਬ ਇਹਦੇ 'ਚ ਬੁਰਾਪਨ ਦੀ ਲੋਚਾ ਬਦੀ ਦੀ ਲੋਚਾ ਹਰ ਵਕਤ ਮੌਜੂਦ ਆ। ਗੁਰੂ ਨਾਨਕ ਸਾਹਿਬ ਦੇ ਸ਼ਬਦਾਂ 'ਚ ਪੜ੍ਹੀਏ ਜਿੱਥੋਂ ਤਿਲੰਗ ਰਾਗ ਸ਼ੁਰੂ ਹੁੰਦਾ ਯਕ ਅਰਜ਼ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ ਹਕਾ ਕਬੀਰ ਕਰੀਮ ਬੇਆਏ ਪਰਵਰਦਿਗਾਰ। ਉਸ ਸ਼ਬਦ 'ਚ ਗੁਰੂ ਨਾਨਕ ਸਾਹਿਬ ਅੱਗੇ ਜਾ ਕੇ ਬਿਆਨ ਕਰਦੇ कि शबरोज़ गश्तम दर हवा कर देम बदी ख्याल।
गाहे न नेकी कार करदम मम ई ची अहवाल। फारसी है प्योर, ਜਿਹਨੂੰ ਵੈਲਵਟ ਪਰਸ਼ੀਅਨ ਕਿਹਾ ਜਾਂਦਾ, ਉਹ ਹੈ ਸਾਰੇ ਦਾ ਸਾਰਾ ਸੰਦੇਸ਼। ਉਸ ਭਾਵ ਵਿੱਚ ਜਾਂ ਉਸ ਪ੍ਰੋਨਾਊਂਸੀਏਸ਼ਨ ਵਿੱਚ ਇਹ ਸੰਦੇਸ਼ ਆ ਰਿਹਾ। ਵਰਡ ਤੇ ਸਾਰੇ ਦੇ ਸਾਰੇ ਗੁਰਮੁਖੀ ਲੈਟਰਜ਼ ਨੇ ਜਿਹੜੇ ਲਿਖੇ ਗਏ ਨੇ, ਪਰ ਜਿਹੜਾ ਬਚਨ ਆ ਉਸ ਨੂੰ ਜਦੋਂ ਅਸੀਂ ਟਰਾਂਸਲੇਸ਼ਨ ਵਿੱਚ ਲੈ ਕੇ ਆਉਂਦੇ ਹਾਂ ਤੇ ਉਹਦੇ ਬਚਨ ਇਹ ਬਣਦਾ ਹੈ ਕਿ ਸ਼ਬਰੋਜ਼ ਗਸ਼ਤਮ, ਮਤਲਬ ਜਿੰਨਾ ਕੱਲ ਮਨ ਗਸ਼ਤਗੀਰ ਸੀਗਾ, ਗਸ਼ਤ ਕਰਨਾ ਹੁੰਦਾ ਵਾਂਡਰਿੰਗ, ਜਿਹਨੂੰ ਅਸੀਂ ਮਾਈਂਡ ਵਾਂਡਰਿੰਗ ਕਹਿ ਦਿੰਦੇ ਹਾਂ, ਭਟਕਣਾ। ਜਿੰਨਾ ਕੱਲ ਮਨ ਭਟਕ ਰਿਹਾ ਸੀਗਾ ਅੱਜ ਓਨਾ ਨਹੀਂ ਭਟਕ ਰਿਹਾ, ਉਸ ਤੋਂ ਵੱਧ ਗਿਆ। ਡੇ ਬਾਈ ਡੇ ਆਵਰ ਮਾਈਂਡ ਵਾਂਡਰਿੰਗ ਇਜ਼ ਇਨਕਰੀਜ਼ਿੰਗ। That is the reality of human psyche. ਮਨੁੱਖੀ, ਸਪੋਜ਼ ਕਰੋ 2 ਸਾਲ ਦੇ ਬੱਚੇ ਦੀ ਮਨੋਦਸ਼ਾ ਨਾਲੋਂ 4 ਸਾਲ ਦੇ ਬੱਚੇ ਦੀ ਮਨੋਦਸ਼ਾ ਜ਼ਿਆਦਾ ਖਰਾਬ ਹੈ। 4 ਸਾਲ ਦੇ ਮੁਕਾਬਲਤਨ 10 ਸਾਲ ਵਾਲੇ ਦਾ ਮਨ ਜ਼ਿਆਦਾ ਭਟਕ ਰਿਹਾ ਹੈ। ਇਹ ਭਟਕਣਾ ਡੇ ਬਾਈ ਡੇ ਵੱਧਦੀ ਹੈ ਕਿ ਕਰਤਾਰੀ ਕੁਦਰਤ ਦੀ ਖੇਡ 'ਚ ਇਸ ਚੀਜ਼ ਨੂੰ ਸਮਝਣ ਦੀ ਬਹੁਤ ਜ਼ਰੂਰਤ ਆ। ਬਾਬਾ ਨਾਨਕ ਜੀ ਆਪਣੇ ਤੇ ਬਾਤ ਚੁਕਾਉਂਦੇ ਤੇ ਕਹਿੰਦੇ ਹਰ ਚੜ੍ਹਦੇ ਦਿਨ ਦੇ ਨਾਲ ਸ਼ਬਰੋਜ਼, ਹਰ ਸਵੇਰ, ਹਰ ਚੜ੍ਹਦਾ ਸਵੇਰ, ਹਰ ਚੜ੍ਹਦਾ ਸੂਰਜ ਇੱਕ ਮੇਰੇ ਵਾਸਤੇ ਚੀਜ਼ ਲੈ ਕੇ ਆ ਰਿਹਾ। ਉਹ ਕੀ ਹੈ? ਸ਼ਬਰੋਜ਼ ਗਸ਼ਤਮ, ਮੇਰਾ ਮਨ ਗਸ਼ਤਗੀਰ ਹੋ ਰਿਹਾ, ਹੋਰ ਭਟਕ ਰਿਹਾ। ਤੇ ਫਿਰ ਭਟਕਦਾ ਹੋਇਆ ਕਰਦਾ ਕੀ ਹੈ? ਕਰਦੇਮ ਬਦੀ ਖਿਆਲ, ਇਹਦੇ 'ਚ ਹੋਰ ਕੁਝ ਨਹੀਂ ਚੱਲਦਾ, ਬਦੀ ਚੱਲਦੀ ਹੈ ਬਸ। ਬਦ, ਮਾੜਾ। ਕਿਸੇ ਬਾਰੇ ਚੰਗਾ ਸੋਚ ਲਵਾਂ ਇਹ ਵੀ ਪੋਸੀਬਿਲਿਟੀ ਹੈ, ਪਰ ਚੰਗਾ ਕਿਵੇਂ? ਮਾੜਾ ਹੀ ਸੋਚਿਆ ਜਾ ਰਿਹਾ। ਈਵਨ ਬੜੇ ਸਨੇਹੀ, ਬੜੇ ਪਿਆਰੇ, ਬੜੇ ਆਪਣੇ ਲੋਕ ਵੀ ਜਿਹੜੇ ਨਜ਼ਰ ਆਉਂਦੇ ਨੇ ਚਾਰ ਚਫੇਰੇ, ਕਿਸੇ ਨੂੰ ਇੱਜ਼ਤ ਮਿਲਦੀ ਹੈ ਉਹਦੇ 'ਚ ਮਨ ਈਰਖਾ ਲੈ ਕੇ ਆ ਰਿਹਾ ਹੈ, ਕਿਸੇ ਦੀ ਆਪਣੀ ਕੋਈ ਪ੍ਰਾਪਤੀ ਹੈ ਉਹਦੇ 'ਚ ਦਵੈਖ ਲੈ ਕੇ ਆ ਰਿਹਾ ਹੈ, ਕਿਸੇ ਕਿਸਮ ਦੇ ਨਾਲ ਕੋਈ ਚੰਗਾ ਹੋ ਰਿਹਾ ਉਹਦੇ ਬਾਰੇ ਮਨ ਬੁਰਾ ਸੋਚ ਰਿਹਾ। ਅਜੀਬ ਹਾਲਤ ਆ। ਆਪਣੇ ਬਾਰੇ ਸੋਚੀ ਜਾ ਰਿਹਾ ਜਿਹਦਾ ਕੋਈ ਮਤਲਬ ਕੋਈ ਫਾਇਦਾ ਹੀ ਨਹੀਂਗਾ। ਉਹੋ ਜਿਹੀਆਂ ਗੱਲਾਂ ਕਰਦੇਮ ਬਦੀ ਖਿਆਲ, ਬਦੀ ਦੇ ਖਿਆਲਾਂ ਦੀ ਇਹ ਲਗਾਤਾਰ ਦਰਿਆ ਚੱਲ ਰਿਹਾ ਅੰਦਰ। ਇਹਨੂੰ ਹੋਰ ਸਰਲ ਕਰ ਲਿਆ ਜਾਏ, ਜਿਵੇਂ ਜਿਹੜੀ ਮਾਈਂਡ ਵਾਂਡਰਿੰਗ ਹੈ ਨਾ, ਸ਼ਬਰੋਜ਼ ਗਸ਼ਤੰਦਰ ਹਵਾ ਦੀ ਗੱਲ ਆਉਂਦੀ ਜਿਹੜੀ, ਇਸ ਤਰ੍ਹਾਂ ਆ ਕਿ ਆਪ ਜਿਵੇਂ ਹਵਾ ਦਾ ਵਾਵਰੋਲਾ ਦੇਖਦੇ ਹੋ ਨਾ, ਜਿਵੇਂ ਹਵਾ ਦੇ ਛੋਟੇ ਲੈਵਲ ਦੇ ਜਿਵੇਂ ਪਾਣੀ ਦਾ ਵਰਲਫੂਲ ਬਣਦਾ ਹੈ, ਇਸ ਤਰੀਕੇ ਦੇ ਨਾਲ ਹਵਾ ਘੁੰਮਦੀ ਹੈ। ਜਦੋਂ ਉਹਨਾਂ ਵਾਵਰੋਲਿਆਂ ਦੇ 'ਚ ਕਦੀ ਧਿਆਨ ਨਾਲ ਦੇਖਿਆ ਜੇ, ਕੁਝ ਵੀ ਨਹੀਂ ਹੁੰਦਾ, ਸਾਰਾ ਕੂੜਾ ਇਕੱਠਾ ਕੀਤਾ ਹੁੰਦਾ ਨੇ, ਸਾਰੇ ਕੱਖ, ਕੂੜਾ, ਕਬਾੜ, ਕਰਕਟ ਉਹਦੇ ਅੰਦਰ ਘੁੰਮ ਰਹੇ ਹੁੰਦੇ ਨੇ। ਜਿਹੜੀ ਸਾਡੀ ਮਾਈਂਡ ਵਾਂਡਰਿੰਗ ਹੈ ਨਾ, ਇਹ ਕੁਛ ਵੀ ਨਹੀਂ, ਇਹ ਸਾਰੀ ਬਦੀ ਇਕੱਠੀ ਕਰਕੇ ਘੁੰਮ ਰਹੀ ਹੈ ਬਸ। ਦੈਟਸ ਇਟ। ਬਾਬਾ ਨਾਨਕ ਜੀ ਕਹਿੰਦੇ ਸ਼ਬਰੋਜ਼ ਗਸ਼ਤਮ ਦਰ ਹਵਾ ਕਰਦੇਮ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ। ਚਾਹ ਕੇ ਵੀ ਨੇਕੀ ਦੀ ਕਾਰ ਨਹੀਂ ਹੋ ਪਾਉਂਦੀ, ਪੋਸੀਬਿਲਿਟੀ ਕੋਈ ਨਹੀਂ ਗੀ, ਇਹਦੀ ਸੰਭਾਵਨਾ ਹੀ ਖਤਮ ਹੋ ਜਾਂਦੀ ਕਈ ਵਾਰੀ। ਇਹਨੂੰ ਇਸ ਤਰੀਕੇ ਨਾਲ ਦੇਖੀਏ, ਜਿਵੇਂ ਸਪੋਜ਼ ਪਿੱਛੇ ਕੋਵਿਡ ਟਾਈਮ ਦੇ ਵਿੱਚ ਅਸੀਂ ਕੁਝ TV ਪ੍ਰੋਗਰਾਮ ਰਿਕਾਰਡਸ ਕਰ ਰਹੇ ਸੀਗੇ ਵਰਚੁਅਲ ਲੈਵਲ 'ਤੇ, ਸਕਾਈਪ ਦੇ ਜ਼ਰੀਏ ਜਾਂ ਹੋਰ ਜ਼ੂਮ ਦੇ ਰਿਕਾਰਡਿੰਗ ਦੇ ਜ਼ਰੀਏ ਵਿਜ਼ਨ TV 'ਤੇ ਚਲਾਉਣ ਵਾਸਤੇ। ਵਰਲਡ ਰਿਨਾਊਂਡ ਸਾਈਕੋਲੋਜਿਸਟ ਮੇਰੇ ਨਾਲ ਸੀਗੇ ਅਤੇ ਅਸੀਂ ਗੱਲਾਂ ਬਾਤਾਂ ਕਰ ਰਹੇ ਸੀ ਉਸ ਰੂਪ ਦੇ ਵਿੱਚ। ਹੁਣ ਇਹ ਗੱਲ ਹੁੰਦੀ ਹੈ ਕਿ ਬੰਦੇ ਦਾ ਮਨ ਇਹ ਕਹਿੰਦਾ ਹੈ ਆਹ ਜਿਹੜੀ ਨਵੀਂ ਕਾਰ ਆਈ ਹੈ ਮੈਂ ਇਹ ਬਾਏ ਕਰਨੀ ਹੈ, ਬੰਦਾ ਉਹਨੂੰ ਐਗਜ਼ੀਕਿਊਟ ਕਰਦਾ ਹੈ, ਲੈਟਸ ਬਾਏ ਇਟ। ਜਾਂ ਪਰਿਵਾਰ 'ਚ ਗੱਲ ਹੁੰਦੀ ਆਹ ਵੱਡੀ ਚੀਜ਼ ਕੋਈ ਨਵੀਂ ਲੈਣੀ ਹੈ, ਠੀਕ ਹੈ ਜੀ, ਕੋਈ ਮਾੜੀ ਗੱਲ ਨਹੀਂ, ਚੰਗੀ ਗੱਲ ਹੈ। ਪਰ ਉਹ ਕਹਿੰਦੇ ਇੱਕ ਪਲ ਲਈ ਆਪਣੇ ਆਪ ਨੂੰ ਰੀਥਿੰਕ ਕਰੋ, ਸੋਚੋ ਮੈਨੂੰ ਇਹ ਕਾਰ ਕਿਉਂ ਲੈਣੀ ਚਾਹੀਦੀ ਹੈ, ਕੀ ਲੋੜ ਹੈ ਮੇਰੀ, ਇਹ ਸੋਚੋ। ਬਹੁਤ ਸਰਲ ਭਾਵ ਵਿੱਚ ਬਾਤ ਆ। ਬੰਦਾ ਆਪਣੇ ਹੀ ਖਿਆਲਾਂ ਨੂੰ ਆਪ ਕਦੀ ਕਾਊਂਟਰ ਨਹੀਂ ਕਰਦਾ, ਰੀਥਿੰਕ ਨਹੀਂ ਕਰਦਾ, ਆਪਣੇ ਅੰਦਰ ਚੱਲ ਰਹੀ ਦੁਨੀਆ ਨੂੰ ਕਦੀ ਸ਼ੀਸ਼ੇ 'ਚ ਨਹੀਂ ਉਤਾਰਦਾ, ਉਹਨੂੰ ਵਿਜ਼ਿਟ ਨਹੀਂ ਕਰਦਾ। ਜਿਹੜੀ ਇਹ ਚੀਜ਼ ਆ ਇਸ ਰੂਪ ਵਿੱਚ ਤਾਂ ਨਹੀਂ ਹੋ ਪਾ ਰਹੀ। ਗਾਹੇ ਨਾ ਨੇਕੀ ਕਾਰ ਕਰਦਮ, ਇੰਗਲਿਸ਼ ਦੀ ਸੇਇੰਗ ਹੈ ਗਾਰਬੇਜ ਇਨ ਗਾਰਬੇਜ ਆਊਟ। ਜਦੋਂ ਤੁਸੀਂ ਚੀਜ਼ਾਂ ਨੂੰ ਸੋਰਟ ਆਊਟ ਹੀ ਨਹੀਂ ਕਰੋਗੇ,
ਸਪੋਜ਼ ਕੋਈ ਸਮਾਨ ਲਿਆ ਕੇ ਅਸੀਂ ਰੱਖ ਰਹੇ ਹਾਂ ਤੇ ਉਹ ਕੁਝ ਸਮਾਨ ਟੁੱਟ ਜਾਂਦਾ, ਕੁਝ ਭੱਜ ਜਾਂਦਾ, ਕੋਈ ਮੈਲਾ ਹੋ ਜਾਂਦਾ, ਬਸ ਰੱਖੀ ਜਾਈਏ, ਸੋਰਟ ਆਊਟ ਹੀ ਨਾ ਕਰੀਏ। ਕੰਮ ਦਾ ਰੱਖ ਲਈਏ, ਦੂਸਰਾ ਗਾਰਬੇਜ ਕਰ ਦਈਏ, ਜੋ ਅਸੀਂ ਘਰਾਂ 'ਚ ਆਮ ਕਰਦੇ ਹਾਂ, ਛੋਟੀਆਂ ਛੋਟੀਆਂ ਚੀਜ਼ਾਂ ਸੋਰਟ ਆਊਟ ਕਰਦੇ ਹਾਂ, ਮਤਲਬ ਡਸਟਿੰਗ ਕਰਦੇ ਹਾਂ, ਝਾੜੂ ਮਾਰਦੇ ਹਾਂ, ਬਹੁਤ ਸਾਰੀਆਂ ਚੀਜ਼ਾਂ ਇਸ ਕਿਸਮ ਦੇ ਨਾਲ ਇਹ ਅੰਦਰ ਦੀ ਦੁਨੀਆ 'ਚ ਕਰਨੀ ਬੜੀ ਜ਼ਰੂਰੀ ਹੁੰਦੀ ਹੈ। ਇਹ ਲਾਜ਼ਮੀ ਕਿਰਿਆ ਬੰਦਾ ਨਹੀਂ ਕਰੇਗਾ। ਗਾਹੇ ਨਾ ਨੇਕੀ ਕਾਰ ਕਰਦਮ, ਇਹ ਨੇਕੀ ਦੀ ਕਾਰ ਨਹੀਂ ਕਰਦਾ। ਨੇਕ ਬਣਨ ਵਾਸਤੇ, ਨੇਕ ਹੋਣ ਵਾਸਤੇ ਤੇ ਅਮਲ ਕਰਨਾ ਪਏਗਾ, ਐਫਰਟ ਕਰਨੀ ਪਏਗੀ। ਪਰ ਐਫਰਟ ਤੋਂ ਪਹਿਲੀ ਵੀ ਕਾਰ ਆ ਜਿਹਦੀ ਮੈਂ ਬਾਤ ਕੀਤੀ। ਉਹ ਕਹਿੰਦੇ ਆਪਣੇ ਆਪ ਨੂੰ ਪੁੱਛ, ਆਪਣੇ ਆਪ ਨਾਲ ਗੱਲ ਕਰ, ਕਿਉਂ ਚਾਹੀਦੀ ਹੈ ਮੈਨੂੰ ਆਹ ਚੀਜ਼? ਕਾਰ ਆ, ਕੰਮ, ਇਹ ਕੰਮ ਕੀਤਾ ਪਹਿਲਾਂ, ਇਹਦੇ ਉੱਤੇ ਧਿਆਨ ਦੇ। ਕੋਈ ਚੀਜ਼ ਮੈਨੂੰ, ਕੋਈ ਮੈਂ ਗੱਲਾਂ ਹੀ ਕਰਦਾ ਆ, ਕੋਈ ਮਾੜੀਆਂ ਕੋਈ ਚੰਗੀਆਂ, ਸੋਚ ਕਿਉਂ ਕਰਦਾ ਆ? ਕਾਰ ਕਰੇ। ਇਹ ਨੇਕੀ ਦੀ ਕਾਰ ਹੈ। ਆਪਣੇ ਆਪ ਨੂੰ ਸੈਲਫ ਰਿਫਲੈਕਟ ਕਰਨਾ, ਆਪਣੇ ਆਪ ਨਾਲ ਸੈਲਫ ਟਾਕ ਕਰਨੀ, ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਸੈਲਫ ਇੰਪਰੂਵਮੈਂਟ ਵਾਸਤੇ ਐਫਰਟ ਪਾਉਣੀ। ਸੋ ਕਿਆ ਗਾਹੇ ਨਾ ਨੇਕੀ ਕਾਰ ਕਰਦਮ, ਮਮ ਈ ਚੀ ਅਹਿਵਾਲ, ਮਮ ਈ ਮੇਰਾ ਚੀ ਅਹਿਵਾਲ। ਇਸ ਤਰ੍ਹਾਂ ਦਾ ਹਾਲ ਆ। ਮੈਂ ਕਿਸੇ ਬਾਰੇ ਨਹੀਂ ਕਹਿ ਰਿਹਾ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਆਪਣੀ ਬਾਤ ਕਰ ਰਿਹਾ। ਮੈਂ ਸੋਚਦਾ ਹਾਂ ਤੇ ਕਈ ਵਾਰੀ ਮਾਫੀ ਚਾਹਾਂਗਾ, ਡਰ ਵੀ ਜਾਣਾ ਬੜੀ ਬੁਰੀ ਤਰ੍ਹਾਂ ਕਿ ਜੇ ਬਾਬਾ ਨਾਨਕ ਜੀ ਆਪਣੇ ਤੇ ਗੱਲ ਟੁਕਾ ਕੇ ਐਵੇਂ ਕਰ ਰਹੇ ਨੇ, ਸਾਨੂੰ ਆਪਣੇ ਬਾਰੇ ਕੀ ਸੋਚਣਾ ਚਾਹੀਦਾ? ਸਾਨੂੰ ਆਪਣੇ ਆਪ ਤੇ ਕੰਮ ਕਿਉਂ ਨਹੀਂ ਕਰਨਾ ਚਾਹੀਦਾ? ਸਾਡੀ ਤੇ ਐਰੋਗੈਂਸ ਦੀ ਹਾਲਤ ਇਹ ਹੈ ਕਿ ਕੋਈ ਮਾੜੀ ਮੋਟੀ ਗੱਲ ਕਿਤੇ ਗਲਤੀ ਕੋਈ ਨੋਟ ਵੀ ਕਰਵਾ ਦੇ, ਕੁਝ ਕਹਿ ਵੀ ਦੇ, ਤੇ ਬੰਦਾ ਕਹਿੰਦਾ ਵੀ ਤੂੰ ਹੁਣਾ ਕੌਣ ਹੈ? ਹਾਊ ਕੈਨ ਯੂ ਐਕਚੁਅਲੀ point out toward me that I have some sort of error, flaw or any kind of mistake? No way. ਮੈਨੂੰ ਨਾ ਤੂੰ ਕਹੇ ਸਭ ਕੁਝ, ਮੈਂ ਤੇ ਬਿਲਕੁਲ ਠੀਕ ਹਾਂ, ਮੈਂ ਤੇ ਪਰਫੈਕਟ ਹਾਂ, ਮੈਨੂੰ ਨਾ ਆਪਣੇ ਤੇ ਬਾਤ ਕਰ, ਉਧਰ ਨੂੰ ਲੈ ਕੇ ਜਾ। No, I cannot tolerate it, I cannot accept it. ਬਾਬਾ ਜੀ ਇੱਥੇ ਬਾਤ ਕੀ ਕਰ ਰਹੇ ਨੇ? ਹੁਣ ਨਾਮ ਦੀ ਗੱਲ ਸੁਣਨੀ, ਨਾਮ ਸਿਰਫ ਮਿੱਠੀਆਂ ਮਿੱਠੀਆਂ, ਪੋਲੀਆਂ ਪੋਲੀਆਂ, ਪਿਆਰੀਆਂ ਪਿਆਰੀਆਂ ਗੱਲਾਂ ਨਹੀਂ ਹੈਗੀਆਂ। ਨਾਮ ਤੇ ਇੱਕ ਸੈਲਫ ਅਨਾਲਿਸਿਸ ਵਾਸਤੇ, ਸੈਲਫ ਇੰਸਪੀਰੇਸ਼ਨ ਵਾਸਤੇ ਇੱਕ ਪ੍ਰੇਰਨਾ ਦੇਣ ਵਾਲੀ ਇੱਕ ਹਾਇਰ ਲੈਵਲ ਦੀ ਸਿੱਖਿਆ ਆ, ਜਿਹੜੀ ਸਾਡੇ ਜੀਵਨ ਨੂੰ ਇੰਪਰੂਵ ਕਰਦੀ ਹੈ। ਉਹਦੇ ਅੰਦਰ ਇੰਪਰੂਵਮੈਂਟ ਕਿਵੇਂ ਹੋਏਗੀ? ਉਹਦੇ 'ਚ ਇੰਪਰੂਵਮੈਂਟ ਤੇ ਇਹ ਹੋਏਗੀ ਜਦੋਂ ਬੰਦੇ ਨੂੰ ਉਹਦੀਆਂ ਕਮੀਆਂ ਦਾ ਅਹਿਸਾਸ ਹੋਏਗਾ। ਕਿਉਂਕਿ ਜਿੱਥੇ ਕੰਮ ਹੋਣ ਵਾਲਾ ਆ, ਜਿੱਥੇ ਲੋੜ ਆ ਇੰਪਰੂਵਮੈਂਟ ਦੀ, ਉਹੀ ਚੀਜ਼ਾਂ ਤੇ ਨੋਟ ਕਰਾਂਗੇ ਨਾ ਵੀ ਆਹ ਚੀਜ਼ਾਂ ਕਰਨ ਵਾਲੀਆਂ। ਸਪੋਜ਼ ਆਪਾਂ ਨਾਮ ਦੀ ਗੱਲ ਕਰਦੇ ਹਾਂ। ਗੁਰੂ ਨਾਨਕ ਸਾਹਿਬ ਨਾਮ ਸਿਖਾਉਂਦੇ ਸਾਨੂੰ, ਸਤਨਾਮ ਸਿਖਾਉਂਦੇ। ਉਹ ਨਾਮ ਸਿਖਾਉਂਦੇ ਜਿਹੜਾ ਆਦਿ ਸੱਚ ਆ, ਜੁਗਾਦ ਸੱਚ ਆ, ਹੈ ਵੀ ਸੱਚ ਆ, ਹੋਸੀ ਵੀ ਸੱਚ ਆ, ਉਹ ਨਾਮ ਸਿਖਾਉਂਦੇ। ਤੇ ਉਸ ਨਾਮ ਦੀ ਵਿਆਖਿਆ ਸ਼ੁਰੂ ਕਰਦੇ ਤੇ ਕਹਿੰਦੇ ਉਹ ਸਾਊਥ ਏਸ਼ੀਅਨ ਖਿੱਤੇ ਦੇ 'ਚ, ਭਾਰਤੀ ਖਿੱਤੇ 'ਚ ਰਹਿਣ ਵਾਲੇ ਲੋਕੋ, ਬੜੇ ਧਿਆਨ ਨਾਲ ਸੁਣਿਆ ਜੇ ਮੇਰੀ ਗੱਲ। ਜਿਵੇਂ ਤੁਸੀਂ ਸੋਚਦੇ ਹੋ ਨਾ ਕਿ ਤੁਹਾਡੇ ਕੀਤੇ ਹੋਏ ਪਾਪ, ਤੁਹਾਡੀਆਂ ਮਾੜੀਆਂ ਆਦਤਾਂ, ਤੁਹਾਡੇ ਮਾੜੇ ਕਰਮ ਐਵੇਂ ਬਦਲ ਜਾਣਗੇ, ਐਵੇਂ ਹੋ ਜਾਣਗੇ ਦੂਰ, ਐਵੇਂ ਨਹੀਂ ਹੋਣਗੇ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਅੱਜ ਦੀ ਤਾਰੀਖ ਦੇ ਵਿੱਚ ਉਸ ਖਿੱਤੇ ਦੀ ਹਾਲਤ ਅਸੀਂ ਦੇਖਦੇ ਹਾਂ। ਪਿੱਛੇ ਕੁੰਭ ਸੀਗਾ ਤੇ ਮੈਂ ਕੋਵਿਡ ਤੋਂ ਥੋੜ੍ਹਾ ਸਮਾਂ ਪਹਿਲਾਂ, ਤੇ ਮੈਂ ਕੁਝ ਰਿਪੋਰਟਸ ਪੜ੍ਹ ਰਿਹਾ ਸੀਗਾ ਹਾਰਵਰਡ ਯੂਨੀਵਰਸਿਟੀਜ਼ ਦੀਆਂ ਤੇ ਕੁਝ ਹੋਰ। ਕੋਈ ਤਕਰੀਬਨ 4 ਕਰੋੜ ਲੋਕਾਂ ਨੇ ਉੱਥੇ ਨਹਾਣਾ ਕੀਤਾ ਜਾ ਕੇ। ਤੇ ਉਸ ਵਕਤ ਇੰਨੇ ਜ਼ਿਆਦਾ ਜਿਹੜੀ ਹੈਗੀ ਏ ਕੁਆਂਟਿਟੀ ਦੇ ਵਿੱਚ ਲੋਕਾਂ ਦੇ ਨਹਾਣ ਦੇ ਨਾਲ ਕੋਈ ਬੈਕਟੀਰੀਆ ਤੇ ਵਾਇਰਸ ਅਫੈਕਟ ਦੇ ਚਾਂਸਸ ਵੱਧ ਗਏ ਸੀ। BBC ਵੀ ਰਿਪੋਰਟ ਕਰ ਰਿਹਾ ਸੀਗਾ। ਸੋ ਆਮ ਲੋਕ ਨੇ, ਆਮ ਲੋਕਾਂ ਨੂੰ ਜੋ ਪਰੋਰਿਆ ਪਰੋਸਿਆ ਜਾਂਦਾ, ਜੋ ਪ੍ਰੇਰਿਆ ਜਾਂਦਾ, ਉਹ ਕਰਦੇ ਨੇ। ਬਾਬਾ ਜੀ ਕਹਿੰਦੇ ਨਹਾਈ ਜਾਓ, ਸਾਰੀ ਉਮਰ ਨਹਾਈ ਜਾਓ, ਕੀ ਹੋ ਜਾਏਗਾ? ਇਹਦੇ ਨਾਲ ਤੇ ਜੀਵਨ ਜੀ ਕੋਈ ਉਸਾਰੀ ਨਹੀਂ ਹੋਣੀ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲਖਵਾਰ।
ਬੰਦਾ ਕਹਿੰਦਾ ਹਾਊ ਕੈਨ ਯੂ ਸੇ ਇਟ, ਤੂੰ ਮੈਨੂੰ ਕਹਿੰਦਾ ਹੀ ਕਿਵੇਂ ਹੈ? ਜੋ ਮੈਂ ਕਰ ਰਿਹਾ ਵਾਂ, ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਆਪਣੋ ਕਰਮ ਕੁਲਾ ਕਰਮ ਸਭ ਕੋਉ ਕਰੈ, ਮੇਰੀਆਂ ਤੇ ਕੁਲਾਂ ਤੋਂ ਕੰਮ ਹੋ ਰਿਹਾ, ਮੇਰੀ ਤੇ ਜਨਰੇਸ਼ਨਸ ਤੋਂ ਕੰਮ ਹੋ ਰਿਹਾ, ਮੇਰੇ ਤੇ ਪੂਰਵਜ ਵੀ ਕਰਦੇ ਰਹੇ ਨੇ ਸਾਰਾ ਕੁਝ। ਇਹ ਕਿਵੇਂ ਹੋ ਸਕਦਾ? ਬਾਬਾ ਜੀ ਕਹਿੰਦੇ ਕਿਤੇ ਯੂਨੀਵਰਸਲ ਰਿਐਲਿਟੀ ਦੇ ਨੇੜੇ ਜਾ ਕੇ ਤੇ ਦੇਖ, ਕਿਤੇ ਐਸਾ ਤੇ ਨਹੀਂ ਹਿਪੋਕਰੇਟ ਬਣ ਗਿਆ, ਕਿਤੇ ਐਸਾ ਤੇ ਨਹੀਂ ਆਹ ਸਭ ਕੁਝ ਵੀ ਕਰੀ ਜਾਂਦਾ, ਇਹਦੇ ਨਾਲ ਦੀ ਨਾਲ ਜੀਵਨ 'ਚ ਕੋਈ ਇੰਪਰੂਵਮੈਂਟ ਵੀ ਨਹੀਂ ਹੋ ਰਹੀ, ਛੱਡ ਦੇ ਇਹਨੂੰ। ਹੁਣ ਇਹ ਚੀਜ਼ ਸੁਣਨੀ ਵੀ ਕਿੰਨੀ ਹਾਰਡ ਆ। ਬੰਦਾ ਕਹਿੰਦਾ ਮੈਂ ਤੇ ਸੁਣ ਨਹੀਂ ਸਕਦਾ, ਆਈ ਕੈਨ ਨਾਟ ਪੁੱਟ ਇਟ ਇਨ ਮਾਈ ਈਅਰਸ ਐਟ ਆਲ, ਆਈ ਕੈਨ ਨਾਟ ਲਿਸਨ ਇਟ। ਹੁਣ ਆਹ ਚੀਜ਼ ਜਿਹੜੀ ਹੈ, ਗੁਰੂ ਅਮਰਦਾਸ ਸਾਹਿਬ ਕਹਿੰਦੇ ਜਿਹੜਾ ਇਹ ਚੀਜ਼ ਨੂੰ ਸੁਣ ਲਏਗਾ ਮੈਂ ਉਹਦੇ ਤੋਂ ਵਾਰ ਨਹੀਂ ਜਾਣਾ ਵਾ। ਤੇ ਗੁਰੂ ਅਮਰਦਾਸ ਸਾਹਿਬ ਕੋਈ ਆਮ ਹਸਤੀ ਨਹੀਂ, ਇਹ ਉਹ ਹਸਤੀ ਹੈ ਜਿਹਨੇ ਸਾਰੀ ਉਮਰ ਗੰਗਾ ਦਰਿਆ 'ਚ ਨਹਾਉਂਦਿਆਂ ਕੱਢੀ। 19 ਫੇਰੇ ਗੰਗਾ ਦਰਿਆ 'ਚ ਨਹਾਉਣ ਲਈ ਗਏ। ਜਦੋਂ ਗੁਰੂ ਅੰਗਦ ਸਾਹਿਬ ਕੋਲ, ਗੁਰੂ ਅੰਗਦ ਸਾਹਿਬ ਨੇ ਕਿਹਾ ਤੂੰ ਗੁਰੂ ਨਾਨਕ ਦਾ ਸਿੱਖ ਬਣਨਾ ਹੈ ਨਾ, ਤੇ ਫਿਰ ਇੱਕ ਕੰਮ ਕਰ, ਜੀਵਨ ਦੀ ਜਾਂਚ ਬਦਲਣੀ ਪਏਗੀ, ਜਿਹਨੂੰ ਅਸੀਂ ਤਰਜ਼ੇ ਜ਼ਿੰਦਗੀ ਕਹਿੰਦੇ ਹਾਂ, ਦ ਵੇ ਆਫ ਲਾਈਫ। ਦੈਨ ਵਟ ਸੋਰਟ ਆਫ ਵੇ ਆਫ ਲਾਈਫ ਗੁਰੂ ਅੰਗਦ ਸਾਹਿਬ ਯੂ ਆਰ ਪ੍ਰੈਜ਼ੈਂਟਿੰਗ ਮੀ। ਤੇ ਡੈਫੀਨੇਟਲੀ ਬਾਬਾ ਜੀ ਨੂੰ ਤਾਂ ਕਿਹਾ ਹੋਣਾ, ਆ ਆਈਓ ਜੀਵਨ ਜਾਂਚ। ਤੀਰਥ ਨਾਵਣ ਜਾਊਂ ਤੀਰਥ ਨਾਮ ਹੈ, ਆ ਨਾਮ ਹੈ ਤੀਰਥ। ਇੱਥੇ ਹੁਣ ਨਾਮ ਸੁਣਨਾ ਇਸ ਰੂਪ ਦੇ ਵਿੱਚ ਵੀ ਹੈ, ਬੰਦੇ ਦੀ ਅੰਦਰ ਦੀ ਦੁਨੀਆ ਬਦਲਣੀ ਹੈ, ਉਸਨੂੰ ਇਸ ਰੂਪ ਵਿੱਚ ਤਬਦੀਲ ਕਰਨਾ। ਸੋ ਇਹੋ ਜਿਹੀ ਸਿੱਖਿਆ ਸੁਣਾਈ ਜਾਏ, ਸੁਣੀ ਜਾਏ, ਇਹ ਨਾਮ ਦੀ ਪਹਿਲੀ ਕਿਰਿਆ ਹੈ। ਇਹ ਅਗਲੀ ਵਿਆਖਿਆ ਦੀ ਪੜ੍ਹ ਦਿੰਦੇ ਹਾਂ ਅਸੀਂ, ਤੀਰਥ ਨਾਵਣ ਜਾਊਂ ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ, ਸ਼ਬਦ ਵਿਚਾਰ ਜਿਹੜੀ ਥਾਟ ਪ੍ਰਵੋਕਿੰਗ ਆ, ਕਿਸੇ ਨੂੰ ਵਿਚਾਰ ਕਰਨ ਵਾਸਤੇ ਉਕਸਾਉਣਾ, ਕਿਸੇ ਨੂੰ ਵਿਚਾਰਾਂ ਤੱਕ ਲੈ ਕੇ ਆਉਣਾ। ਅੱਜ ਜਿਹੜਾ ਇਲੈਕਸ਼ਨ ਦਾ ਦੌਰ ਚੱਲ ਰਿਹਾ ਨਾ, ਤੇ ਇਹਦੇ ਵਿੱਚ ਇਹ ਮਤਲਬ ਲੋਕ ਰਾਜ ਦਾ ਸਭ ਤੋਂ ਵੱਡਾ ਫੈਸਟੀਵਲ ਆ, ਇਹ ਮੰਨ ਕੇ ਚੱਲੋ। ਲੋਕ ਰਾਜ, ਲੋਕਾਂ ਦੁਆਰਾ ਚਲਾਇਆ ਜਾਂਦਾ ਨਿਜ਼ਾਮ, ਉਹਦਾ ਇੱਕ ਏਡਾ ਵੱਡਾ ਉਤਸਵ ਹੋ ਰਿਹਾ ਹੋਏ, ਐਂਡ ਪੀਪਲ ਆਰ ਮੋਸਟਲੀ they are not participating in it, they are not actually excited from it, and they don't have any sort of even ਉਹਦੇ 'ਚ ਕੋਈ ਬਹੁਤ ਜ਼ਿਆਦਾ ਰੁਚੀ ਵੀ ਨਹੀਂ ਹੈ। ਇੱਥੋਂ ਪਤਾ ਲੱਗਦਾ ਆ ਕਿ ਇਹ ਜਿਹੜੀ ਚੀਜ਼ ਆ, ਅੱਜ ਦੀ ਜਿਹੜੀ ਡੈਮੋਕ੍ਰੇਸੀ ਹੈ, ਜਿਹਨੂੰ ਅਸੀਂ ਕਹਿ ਰਹੇ ਹਾਂ ਸਾਰਾ ਕੁਛ, ਇਹ ਆਪਣੇ ਮੀਨਿੰਗ ਗਵਾ ਰਹੀ ਹੈ, ਇਹ ਮਾਇਨੇ ਗਵਾ ਰਹੀ ਹੈ ਆਪਣੇ। ਤੇ ਮਾਇਨੇ ਗਵਾਉਣ ਦਾ ਵੱਡਾ ਰੀਜ਼ਨ ਕੀ ਹੈ ਕਿ ਜਿਹੜੀ ਲੋਕਾਂ ਦੀ ਰਾਵਾਂ, ਵਿਚਾਰ, ਖਿਆਲ, ਸਿੱਖਣਾ, ਸਿਖਾਉਣਾ, ਸਿੱਖਿਅਤ ਹੋਣਾ, ਇਹ ਸਾਰੀਆਂ ਚੀਜ਼ਾਂ ਤੋਂ ਲੋਕ ਨਦਾਰਤ ਹੋ ਗਏ। ਅਸੀਂ ਪੋਲੀਟੀਕਲ ਡੈਮੋਕ੍ਰੇਸੀ ਨੂੰ ਗੱਲ ਕਰਦੇ ਹਾਂ, ਤਬਦੀਲ ਕਰਨਾ, ਬਦਲਾਅ ਕਰਨੀ, ਸਭ ਕੁਝ। ਮਾਫੀ ਚਾਹਾਂਗਾ, ਮੈਂ ਕਹਿੰਦਾ ਸੋਸ਼ਲ ਡੈਮੋਕ੍ਰੇਸੀ ਵੀ ਤੇ ਆਉਣੀ ਚਾਹੀਦੀ ਹੈ, ਜਿੱਥੇ ਸੁਸਾਇਟੀ ਵਿਚਾਰ ਕਰੇ, ਫੈਮਿਲੀ ਵਿਚਾਰ ਕਰੇ, ਪਰਿਵਾਰਾਂ ਦੇ ਵਿੱਚ ਮਾਈਂਡ ਵਾਂਡਰਿੰਗ ਹੋਏਗੀ। ਤੁਸੀਂ ਆਪਣੀ ਥਾਂ ਤੇ ਸੋਚਦੇ ਹੋ, ਮੈਂ ਆਪਣੀ ਥਾਂ ਤੇ ਸੋਚਦਾ ਹਾਂ, ਮੇਰੇ ਲਗਾਤਾਰ ਆਪਣੇ ਆਪ ਵਿੱਚ ਸੋਚੀ ਜਾਣ ਦੇ ਤਰੀਕੇਕਾਰਤਾ ਦੇ ਅੰਦਰ ਬਦੀ ਆਵੇਗੀ। ਕਿਉਂ? ਕਿਉਂਕਿ ਮੇਰੇ ਕੋਲ ਕੋਈ ਵੈਂਟੀਲੇਟ ਕਰਨ ਵਾਸਤੇ ਜਗ੍ਹਾ ਹੀ ਨਹੀਂ ਹੈ। ਮੇਰੀ ਰਾਏ ਮੇਰੀ ਪਰਿਵਾਰ ਲਈ ਕੋਈ ਕਦਰ ਨਹੀਂ ਕਰਦੀ, ਪਰਿਵਾਰ ਦੀ ਰਾਏ ਮੇਰੇ ਲਈ ਕੋਈ ਕਦਰ ਨਹੀਂ ਕਰਦੀ। ਸੋ ਇੱਕ ਐਸੇ ਆਈਸੋਲੇਸ਼ਨ, ਜਿਹੜਾ ਈਵਨ ਵਰਡ ਵੀ ਆਈਸੋਲੇਸ਼ਨ ਆਇਆ ਨਾ ਕੋਵਿਡ-19 ਦੇ ਸਮੇਂ ਦੇ ਵਿੱਚ, ਮੈਂ ਸੋਚਦਾ ਸਾਡਾ ਸਿਮਰਨ ਬਾਹਰ ਆ ਰਿਹਾ ਅਸਲ ਵਿੱਚ। ਅਸੀਂ ਸਾਰੇ ਜਿਸ ਤਰੀਕੇ ਨਾਲ ਸੁਸਾਇਟੀ, ਸਮਾਜ ਬਣਾ ਲਿਆ, ਉਹਦੀ ਇਹ ਰਿਪਰੈਜ਼ੈਂਟੇਸ਼ਨ ਹੋ ਰਹੀ ਸੀ ਸਭ। ਇਸ ਸਾਰੇ ਦੇ ਵਿੱਚ ਕਿਆ ਜਿਹੜਾ ਤੀਰਥ ਸ਼ਬਦ ਵਿਚਾਰ, ਹੁਣ ਸ਼ਬਦ ਵਿਚਾਰ ਇੱਕ ਐਸੇ ਮਾਹੌਲ ਵਿੱਚ ਜਾਣਾ ਜਿੱਥੇ ਵਿਚਾਰਾਂ ਦਾ ਆਦਾਨ ਪ੍ਰਦਾਨ ਹੋਏ ਐਪਰੋਪਰੀਏਟ ਤਰੀਕੇ ਦੇ ਨਾਲ, ਜਿਹੜਾ ਹੈ ਕਿਸੇ ਲੈਜੀਟੀਮੇਟ ਰੀਜ਼ਨਸ ਦੇ ਨਾਲ, ਕਿਸੇ ਇੱਕ ਉਹੋ ਜਿਹੇ ਹਾਇਰ ਲੈਵਲ ਤੱਕ ਪਹੁੰਚਣ ਲਈ ਜਿੱਥੇ ਬੰਦਾ ਇੱਕ ਦੂਸਰੇ ਦੀ ਇੰਪਰੂਵਮੈਂਟ ਖਿਆਲਾਂ, ਵਿਚਾਰਾਂ, ਸੋਚਾਂ ਦੇ ਨਾਲ ਕਰੇ। ਆਹ ਚੀਜ਼ ਨਾਮ ਆ। ਇਸ ਨੂੰ ਗੁਰੂ ਸਾਹਿਬ ਨੇ ਗੋਸ਼ਟ ਕਿਹਾ ਸੀਗਾ। ਇਸੇ ਕਰਕੇ ਸਿੱਧਾਂ ਨਾਲ ਬਾਬਾ ਜੀ ਗੋਸ਼ਟ ਕਰਦੇ ਨੇ, ਜਾ ਕੇ ਗੋਸ਼ਟੀਆਂ ਹੁੰਦੀਆਂ, ਥਾਟ ਪ੍ਰੋਵੋਕਿੰਗ ਹੁੰਦੀ।
ਇਹਦੇ ਵਿੱਚ ਜਿਹੜਾ ਪਹਿਲਾ ਸਭ ਤੋਂ ਵਰਚੂ ਹੈ ਉਹ ਹੈਗਾ ਆ ਕਿਸੇ ਨੂੰ ਸੁਣ ਸਕਣਾ, ਕਿਸੇ ਨੂੰ ਕਿਸੇ ਦੀ ਆਵਾਜ਼ ਨੂੰ ਆਪਣੇ ਕੰਨਾਂ ਵਿੱਚ ਪਾ ਸਕਣਾ, ਪ੍ਰੋਸੈਸ ਕਰ ਸਕਣਾ, ਉਸ ਨੂੰ ਉਹਦੇ ਉੱਤੇ ਫਿਰ ਰਿਫਲੈਕਟ ਕਰ ਸਕਣਾ, ਫਿਰ ਉਹਦੇ ਨਾਲ ਅੰਗੇਜ ਕਰਕੇ ਉਹਨੂੰ ਆਨਸਰ ਕਰ ਸਕਣਾ। ਦੋ ਹੀ ਤਰ੍ਹਾਂ ਦੀ ਬੰਦੇ ਦੀ ਅੱਜ ਕੱਲ੍ਹ ਅਸੀਂ ਵਿਚਾਰ ਦੇਖਦੇ ਹਾਂ। ਇੱਕ ਤਾਂ ਇਹ ਕਿ ਜੋ ਕੋਈ ਫੋਰਸਫੁਲੀ ਸਾਡੇ 'ਤੇ ਆਵਾਜ਼ ਇੰਪੋਜ਼ ਕਰ ਦਿੰਦਾ ਹੈਗਾ, ਪਾ ਦਿੰਦਾ ਹੈਗਾ ਆ, ਅਸੀਂ ਉਸੇ ਆਵਾਜ਼ ਵਿੱਚ ਆਪਣੀ ਆਵਾਜ਼ ਮਰਜ ਕਰ ਦਿੰਦੇ ਹਾਂ। ਇਹ ਅੱਜ ਦਾ ਸਾਰਾ ਮੀਡੀਆ ਇਸ ਰੂਪ ਦੇ ਵਿੱਚ ਆ, ਇਹੋ ਜਿਹੀ ਸਾਰੀ ਇਸੇ ਕਰਕੇ ਸਾਰਾ ਸਿਸਟਮ ਜਿਹੜਾ ਆ ਉਹ ਜਾਂ ਤਾਂ ਲੋਕ ਵੱਡੀ ਆਵਾਜ਼ 'ਚ ਆਪਣੀ ਆਵਾਜ਼ ਮਰਜ ਕਰਕੇ ਬੋਲੀ ਜਾਂਦੇ ਨੇ ਜਾਂ ਬਿਲਕੁਲ ਕੁਆਇਟ ਹੋ ਜਾਂਦੇ ਨੇ। ਅਤੇ ਇਸ ਸਾਰੇ ਦੇ ਵਿੱਚ ਫਿਰ ਇੱਕ ਅਜੀਬ ਤਰ੍ਹਾਂ ਦੀ ਉਦਾਸੀ ਬੰਦੇ 'ਚ ਫੈਲ ਰਹੀ ਹੈ। ਈਵਨ ਮੈਂ ਹੁਣੇ ਹੀ ਗੁਰਦੁਆਰਾ ਸਾਹਿਬ ਨੂੰ ਆ ਰਿਹਾ CBC ਦਾ ਪ੍ਰੋਗਰਾਮ ਸੁਣ ਰਿਹਾ ਸੀਗਾ, ਅਤੇ ਉਹਦੇ 'ਚੋਂ ਦੇ ਵਰ ਟਾਕਿੰਗ ਅਬਾਊਟ ਸਮ ਸੋਰਟ ਆਫ ਜਿਹੜੇ ਮਿਲਟਿੰਗ ਸਾਡੇ ਵੱਡੇ ਵੱਡੇ ਇੱਥੇ ਗਲੇਸ਼ੀਅਰਸ ਨੇ ਉਹਦੀ ਗੱਲ ਕਰ ਰਿਹਾ ਸੀਗਾ। ਅਤੇ ਉਹ ਕਹਿ ਰਿਹਾ ਸੀਗਾ ਕਿ ਐਵਰੀ ਈਅਰ ਵੈਸਟ ਸਾਈਡ ਦੇ ਉੱਤੇ, ਵੈਸਟ ਜਿਹੜਾ ਕੋਸਟ ਵਾਲੇ ਪਾਸੇ ਉੱਪਰਲੇ ਪਾਸੇ ਨਾਰਥ ਸਾਈਡ 'ਤੇ ਇੱਕ ਸਾਡਾ ਬੜਾ ਵੱਡਾ ਗਲੇਸ਼ੀਅਰ ਸੀਗਾ, ਉਹ ਅਰਾਊਂਡ 7 ਮੀਟਰ ਜਿਹੜਾ ਹੈਗਾ ਉਹ ਐਵਰੇਜ ਲੈਵਲ 'ਤੇ ਮਿਲਟ ਕਰ ਰਿਹਾ। ਅਤੇ ਕਹਿੰਦਾ ਦਿਸ ਈਅਰ ਐਕਚੁਅਲੀ ਇਟਸ ਟੋਟਲੀ ਡਿਫਰੈਂਟ ਬਿਕੋਜ਼ ਉਸ ਸਾਈਡ 'ਤੇ ਅੱਗ ਬੜੀ ਲੱਗੀ, ਸਭ ਕੁਝ ਹੋਇਆ। ਐਂਡ ਵਟ ਵੀ ਆਰ ਨੋਟਿਸਿੰਗ ਦੈਟ ਇਜ਼ ਵੈਰੀ ਫੈਸੀਨੇਟਿੰਗ। ਵਟ ਕਹਿੰਦਾ ਫੈਸੀਨੇਟਿੰਗ ਇਨ ਦਿਸ ਵੇ that it's already, it have melted around 6 actually meter already, ਉਹ ਜਿਹੜਾ 6 ਮੀਟਰ ਜਿਹੜਾ ਮਿਲਟ ਕਰ ਚੁੱਕਾ ਹੈ, ਉਹ ਜਾ ਚੁੱਕਾ ਹੈ ਥੱਲੇ। ਸੋ ਐਸੇ ਹਾਲਾਤਾਂ ਦੇ ਵਿੱਚ ਇਨਵਾਇਰਮੈਂਟ ਜਾ ਰਿਹਾ ਆ, ਹਾਲਾਤ ਸਾਹਮਣੇ ਅੱਖਾਂ ਦੇ, ਮਤਲਬ ਬੰਦਾ ਤੇ ਮਨੁੱਖ ਬਿਲਕੁਲ ਉਸ ਪਾਸਿਓਂ ਉਸ ਰੂਪ ਦੇ ਵਿੱਚ ਹੋ ਰਿਹਾ ਆ। ਅਤੇ ਇਹੀ ਐਗਜ਼ੈਕਟਲੀ ਚੀਜ਼ ਸੀਗੀ। ਅੱਜ ਤੁਹਾਨੂੰ ਇਹ ਇਨਵਾਇਰਮੈਂਟ ਦੀ ਗੱਲ ਕਰਦੇ ਹਾਂ ਸਾਰੀ ਕੁਛ। ਗੁਰੂ ਨਾਨਕ ਸਾਹਿਬ ਦੇ ਸਮੇਂ ਚਲੇ ਜਾਓ, ਮੁਗਲ ਨੇ ਉਹ ਜ਼ੁਲਮ ਹੀ ਕਰੀ ਜਾਂਦੇ ਨੇ। ਬਾਬਰ ਵਰਗਾ ਜਰਮਾਨਾ ਉੱਠਦਾ, ਬੰਦਿਆਂ ਨੂੰ ਵੱਢੀ ਜਾ ਰਿਹਾ, ਕੱਟੀ ਜਾ ਰਿਹਾ। ਇੱਥੇ ਸਿਕੰਦਰ ਲੋਧੀ ਜ਼ੁਲਮ ਕਰੀ ਜਾ ਰਿਹਾ। ਹਾਲਾਤ ਬੰਦਾ ਇੱਕ ਆਮ ਇੰਡੀਵਿਜੂਅਲ ਕਹਿੰਦਾ ਮੇਰੀ ਆਵਾਜ਼ ਕਿੰਨੇ ਸੁਣਨੀ ਭਾਈ, ਆਪਾਂ ਚੁੱਪ ਕਰਕੇ ਵੱਡੀ ਆਵਾਜ਼ 'ਚ ਆਪਣੀ ਆਵਾਜ਼ ਕਰ ਦਈਏ ਜਾਂ ਚੁੱਪ ਕਰਕੇ ਬੈਠ ਜਾਈਏ। ਬਾਬਾ ਜੀ ਨੇ ਇੱਕ ਚੇਂਜ ਲਿਆਂਦਾ। ਉਹ ਐਵੋਲੂਸ਼ਨ ਵੀ ਸੀ ਔਰ ਰੈਵੋਲੂਸ਼ਨ ਵੀ ਸੀਗਾ। ਉਹ ਦੋਨਾਂ ਰੂਪਾਂ ਵਿੱਚ ਸੀਗਾ। ਉਹ ਇੱਕ ਮੱਧਮ ਲੈਵਲ 'ਤੇ ਵੀ ਤਬਦੀਲੀ ਆਈ, ਮੱਧਮ ਲੈਵਲ 'ਤੇ ਤਬਦੀਲੀ ਨਿਜ਼ਾਮਤ 'ਚ ਆਈ ਹੌਲੀ ਹੌਲੀ ਕਰਕੇ। ਇੱਕ ਹਾਇਰ ਲੈਵਲ 'ਤੇ ਰੈਵੋਲੂਸ਼ਨਰੀ ਚੇਂਜ ਆਇਆ ਬੰਦੇ ਦੇ ਸੋਚਣ ਦੇ ਢੰਗ ਦੇ ਵਿੱਚ। ਬੰਦੇ ਦੀ ਸੋਚ ਦਾ ਲੈਵਲ ਬਦਲਿਆ। ਬੰਦੇ ਨੂੰ ਲੱਗਾ ਠੀਕ ਹੈ ਸਮਾਜ ਦੇ ਔਗਣ ਵੀ ਕੱਢਾਂਗੇ, ਪਰ ਆਪਣੇ ਔਗਣ ਤਾਂ ਕੱਢੀਏ ਪਹਿਲਾਂ। ਕੱਢਾਂਗੇ ਪਰਿਵਾਰ ਦੇ ਔਗਣ ਵੀ, ਮਾਰਾਂਗੇ ਝਾੜੂ, ਪਰਿਵਾਰ ਨੂੰ ਵੀ ਸੁਧਾਰਾਂਗੇ, ਪਰ ਆਪ ਤੇ ਸੁਧਰੀਏ। ਐਟਲੀਸਟ ਇਹੋ ਜਿਹੀ ਗੱਲ ਸੁਣੀਏ ਤੇ ਸਹੀ, ਮਨ ਦੀ ਦੁਨੀਆ ਨੂੰ ਸਹੇਜੀਏ ਤੇ ਸਹੀ। ਸੋ ਇੱਕ ਥਾਟ ਪ੍ਰੋਵੋਕਿੰਗ ਅੰਦਰ ਇੱਕ ਵਿਚਾਰ ਚੱਲਿਆ, ਖਿਆਲ ਚੱਲਿਆ। ਜਿਸ ਖਿਆਲ ਦੇ ਵਿੱਚ ਬੰਦਾ ਜੁੜ ਜਾਏ ਇਹਦੀ ਇੰਪਰੂਵਮੈਂਟ ਹੋ ਸਕਦੀ ਹੈ। ਗੁਰੂ ਅਮਰਦਾਸ ਸਾਹਿਬ ਕਹਿੰਦੇ ਜਿਹੜਾ ਇਹੋ ਜਿਹੇ ਵਿਚਾਰ ਸੁਣਨ ਲੱਗ ਗਿਆ, ਮੈਂ ਕੁਰਬਾਨ ਜਾਨਾ ਉਹਦੇ ਤੋਂ। ਹਉ ਵਾਰੀ ਜਿਉ ਵਾਰੀ ਨਾਮ ਸੁਣ ਲਿਆ, ਇਕੱਲਾ ਸੁਣਿਆ ਨਹੀਂ, ਫਿਰ ਮਨ ਵਸਾਵਣਿਆ। ਜਿਹੜੀ ਚੀਜ਼ ਲਗਾਤਾਰ ਸੁਣੀ ਜਾਏ ਉਹਨੂੰ ਬੰਦਾ ਮਨ ਵਿੱਚ ਵੀ ਪਾ ਲੈਂਦਾ ਆ। ਅੱਜ ਅਸੀਂ ਖਾਸ ਕਰਕੇ ਇੰਟੈਂਟਿਵ ਲਿਸਨਿੰਗ ਦੇ ਉੱਤੇ ਬਹੁਤ ਸਾਰੇ ਕੋਰਸਿਸ ਹੈਗੇ ਨੇ ਸਾਈਕੋਲੋਜੀ ਦੇ, ਜੋ ਕਰਾਏ ਜਾਂਦੇ ਨੇ। ਅਤੇ ਇੰਟੈਂਟਿਵ ਲਿਸਨਿੰਗ ਦਾ ਮਤਲਬ ਸਮਝੋ, ਇੱਕ ਬੱਚਾ ਮਾਂ ਬਾਪ ਨੇ ਪਾਲਿਆ, ਸਾਰੀ ਜ਼ਿੰਦਗੀ ਦੀ ਐਨਰਜੀ ਲਾ ਦਿੱਤੀ, ਹਾਊਸ ਹੋਲਡ ਵਧੀਆ ਤੋਂ ਵਧੀਆ ਪ੍ਰੋਵਾਈਡ ਕੀਤਾ, ਸਟੱਫ ਰਿਸੋਰਸਿਸ ਸਭ ਚੀਜ਼ਾਂ। 12, 13, 14 ਸਾਲ ਦਾ ਹੋਇਆ, ਇੱਕ ਲੈਵਲ 'ਤੇ ਆਇਆ, ਉਹ ਕਹਿੰਦਾ ਕਿ ਆਈ ਡੋਂਟ ਵਾਂਟ ਟੂ ਲਿਸਨ ਮਾਈ ਪੇਰੈਂਟਸ ਐਟ ਆਲ। ਈਵਨ ਲਿਟਰਲੀ ਤੌਰ 'ਤੇ ਰਿਫਿਊਜ਼ ਕਰਤਾ ਸੁਣਨ ਤੋਂ, ਕੰਨਾਂ 'ਚ ਉਂਗਲਾਂ ਪਾ ਲੈਂਦਾ ਜਦੋਂ ਗੱਲ ਕਰਦੇ, ਜਾਂ ਕਹਿੰਦਾ ਟਾਕ ਟੂ ਮਾਈ ਹੈਂਡ, ਆਈ ਡੋਂਟ ਵਾਂਟ ਟੂ ਟਾਕ ਟੂ ਯੂ। ਮਾਪੇ ਤੰਗ ਹੋ ਗਏ, ਹੱਦ ਹੋ ਗਈ। ਜਾਂ ਤਾਂ ਇਹ ਅਪਰੋਚ ਹੈ ਸਿੰਪਲ ਤੌਰ 'ਤੇ, ਡੰਡਾ ਚੱਕੋ ਅਤੇ ਕਰ ਦਿਓ ਸ਼ੁਰੂ, ਨਹੀਂ ਗੱਲ ਸੁਣਦਾ ਹੁਣ ਸੁਣਾਉਂਦੇ ਹਾਂ, ਜਾਂ ਬਾਈਕਾਟ ਕਰੋ, ਗੋ ਹੈਡ ਐਕਚੁਅਲੀ ਸੈਂਡ ਟੂ ਦਾ ਚਾਈਲਡ ਕੇਅਰ ਸੁਸਾਇਟੀ ਔਰ ਸਮਵੇਅਰ, ਆਈ ਡੋਂਟ ਵਾਂਟ ਟੂ ਬੀ ਐਕਚੁਅਲੀ ਪਾਰਟ ਆਫ ਦਿਸ ਕਾਈਂਡ ਆਫ ਬਿਹੇਵੀਅਰ। ਜਾਂ ਫਿਰ ਬੰਦਾ ਕਹਿੰਦਾ ਕੋਈ ਨਾ, ਕਰੀ ਜਾਣ, ਰੋਈ ਵੀ ਜਾਂਦਾ ਹੈ, ਕਰੀ ਵੀ ਜਾਂਦਾ, ਇਹਦੇ ਚੱਲੀ ਜਾਂਦਾ। ਇੱਕ ਅਪਰੋਚ ਹੋ ਰਿਹਾ, ਪ੍ਰੋਫੈਸ਼ਨਲ ਦੀ ਹੈਲਪ ਲਈ ਜਾਏ, ਕਿਸੇ ਕਿਸਮ ਦੀ ਆਵਾਜ਼ ਬੁਲੰਦ ਕੀਤੀ ਜਾਏ, ਆਲੇ ਦੁਆਲੇ ਰੌਲਾ ਰੱਪਾ ਪਾਇਆ ਜਾਵੇ, ਮੈਨੂੰ ਆ ਸਪੋਰਟ ਚਾਹੀਦੀ ਇਹਦੇ 'ਚ। ਉਹ 'ਚ ਦੇਖਿਆ ਗਿਆ ਕਿ
कि ਉਹੀ ਸ਼ਖਸ ਜਿਹੜਾ ਕਹਿੰਦਾ ਵੀ ਆਈ ਡੋਂਟ ਵਾਂਟ ਟੂ ਟਾਕ ਟੂ ਮਾਈ ਪੇਰੈਂਟਸ, ਆਈ ਬਸਟ ਐਕਚੁਅਲੀ ਆਮ ਟੋਟਲੀ ਅਵੇ ਫਰੋਮ ਯੂਰ ਟਾਕ ਔਰ ਯੂ ਆਲ ਦੈਟ, ਉਸੇ ਨੂੰ ਕਿਸੇ ਕਾਉਂਸਲਰ ਕੋਲ, ਕਿਸੇ ਪ੍ਰੋਫੈਸ਼ਨਲ ਕੋਲ ਲੈ ਗਏ ਅਤੇ ਉੱਥੇ ਗੱਲਾਂ ਕਰਨ ਵੀ ਲੱਗ ਗਿਆ, ਸੁਣਨ ਵੀ ਲੱਗ ਗਿਆ, ਮੰਨਣ ਵੀ ਲੱਗ ਗਿਆ ਗੱਲਾਂ। ਇਹ ਕਿਵੇਂ ਹੋ ਗਿਆ? ਉਹਦੇ 'ਚੋਂ ਕਹਿੰਦੇ ਇੰਟੈਂਟਿਵ ਲਿਸਨਿੰਗ, ਮਤਲਬ ਉਸਨੇ ਜਦੋਂ ਗੱਲ ਕੀਤੀ, ਕਿਸੇ ਨੇ ਉਹਨੂੰ ਕੰਨ ਦਿੱਤੇ, ਕਿਸੇ ਨੇ ਉਹਨੂੰ ਕਿਹਾ ਠੀਕ ਹੈ ਮੈਂ ਤੇਰੀ ਗੱਲ ਸੁਣਦਾ ਹਾਂ। ਮੈਂ ਰੀਸੈਂਟਲੀ ਇੱਕ ਇੰਡੀਵਿਜੂਅਲ ਨਾਲ ਸੀਗਾ ਅਤੇ ਸਕਿਜ਼ੋਫਰੈਨਿਕ ਸਾਈਡ ਤੋਂ ਉਹ ਇੰਡੀਵਿਜੂਅਲ 2-4 ਹੋ ਰਿਹਾ ਸੀਗਾ, ਅਤੇ ਪਹਿਲਾਂ ਤਾਂ ਮੇਰੇ ਕੋਲ ਆਇਆ, ਹੀ ਵਾਜ਼ ਕਰਾਈਂਗ ਲਿਟਰਲੀ ਫੁਲੀ, ਅਤੇ ਮੇਰੇ ਕੋਲ ਟਾਈਮ ਹੈ ਨਹੀਂ ਸੀ ਕਰਨਾ ਜ਼ਿਆਦਾ, ਬਟ ਸਟਿਲ ਆਈ ਹੈਵ ਟੂ ਐਕਚੁਅਲੀ sit there, I have to, because I can see the situation is very worse. मैंने कहा कोई गल नहीं, whenever you feel, whatever you want to say, I'm here, I will listen. And I have totally empathy for that, what you are going through. Because I'm not capable that much to feel that kind of pain you are going through. But still, I have some sort of idea that this pain is very sharp and very hard for you to tolerate. That's why you're crying. ਇਹੋ ਜਿਹੀਆਂ 2-4 ਮਿੰਟ ਗੱਲਾਂ ਹੋਈਆਂ। ਫਿਰ ਉਹ ਜਿਹੜਾ ਆ ਥੋੜ੍ਹਾ ਬੋਲਣ ਲੱਗਿਆ, ਕਹਿਣ ਲੱਗਾ ਕਿ ਤੈਨੂੰ ਪਤਾ ਕਿ ਜਿਹੜੀ ਮੈਂ ਗੱਡੀ 'ਤੇ ਆਇਆ ਉਹਦੇ 2 ਬੰਦੇ ਅੱਗੇ ਬੈਠੇ ਸਨ, 2 ਪਿੱਛੇ ਬੈਠੇ ਸਨ। ਮੈਂ ਕਿਹਾ ਕਿਉਂਕਿ ਸਕਿਜ਼ੋਫਰੈਨਿਕ ਚੀਜ਼ਾਂ ਦਿਸ ਰਹੀਆਂ ਨੇ ਉਹਨੂੰ ਉਸ ਰੂਪ ਦੇ ਵਿੱਚ। ਮੈਂ ਕਿਹਾ ਆਈ ਕੰਪਲੀਟਲੀ ਐਗਰੀ ਵਿਦ ਯੂ, ਆਮ ਨੋਟ actually saying I disagree with it. I can totally agree with you on this side, on this topic, but somehow I live in different reality. Do you see anything over here? Can they, yes, something is back behind you and over there. Yes. Your reality is that you are or actually witnessing or noticing all these things, but my reality is I'm only noticing you are sitting here, and we have 2 realities, and we have to respect each other's reality. आप हैरान होवोगे, अराउंड ਅਸੀਂ ਕੋਈ 1.5 ਘੰਟਾ ਸਪੈਂਡ ਕੀਤਾ ਹੋਣਾ। 1.5 ਘੰਟੇ ਬਾਅਦ ਉੱਠਿਆ ਤੇ ਉਹ ਕਹਿੰਦਾ ਯਾ ਯੂ ਨੋ I want to live in your reality. ਮੈਂ ਕਿਹਾ no, you don't have to live in my reality. We have to live in universal reality. ਹੁਣ ਜਦੋਂ ਇਹ ਗੱਲ ਹੋਈ ਤੇ ਉਹ ਜਿਹੜੇ ਸੱਜਣ ਸੀਗੇ ਉਹ ਕਹਿੰਦੇ ਇਹੀ ਤੇ ਮੈਂ ਕਹਿ ਰਿਹਾ ਇਹਨੂੰ, ਹੱਦ ਹੋ ਗਈ ਇਹ। ਮੈਂ ਕਿਹਾ ਗੱਲ ਇਹ ਹੈ ਕਿਸੇ ਦੀ ਗੱਲ ਸੁਣੋਗੇ ਫਿਰ ਹੀ ਉਹਨੂੰ ਆਪਣੀ ਗੱਲ ਸੁਣਾਓਗੇ, ਜਿਹਨੂੰ ਸੁਣੋਗੇ ਹੀ ਨਹੀਂ ਉਹਨੂੰ ਕਿਵੇਂ ਸੁਣਾਓਗੇ? ਜਿਹੜੀ ਇਹ ਚੀਜ਼ ਆ ਨਾ ਐਕਚੁਅਲ ਲੈਵਲ ਤੇ ਸੁਣਿਆਂ ਦੀਆਂ ਗੱਲਾਂ ਬਾਬਾ ਜੀ ਐਵੇਂ ਨਹੀਂ ਕਰਦੇ, ਇਹ ਬੜੀ ਵੱਡੀ ਚੀਜ਼ ਆ, ਇਹ ਭਗਤੀ ਹੈ, ਇਹ ਭਗਤੀ ਦਾ ਸੂਤਰ ਆ। ਗੁਰੂ ਅਮਰਦਾਸ ਸਾਹਿਬ ਕਹਿੰਦੇ ਜਿਹਨੂੰ ਇਹ ਚੀਜ਼ ਸੁਣਨੀ ਆ ਗਈ, ਸੁਣੋ, ਮਨ ਦੀ ਬੁਰਿਆਈ ਵੀ ਸੁਣੋ, ਮਨ ਦੀਆਂ ਆਵਾਜ਼ਾਂ ਵੀ ਸੁਣੋ, ਇਹ ਸਾਰੇ ਨੂੰ ਸੁਣ ਕੇ ਅਹਿਸਾਸੋ ਹੋ ਕੀ ਰਿਹਾ ਹੈ, ਫਿਰ ਇਸ ਨੂੰ ਸਮਝਣ ਵਾਸਤੇ, ਨੂੰ ਠੀਕ ਕਰਨ ਵਾਸਤੇ ਬਾਣੀ ਵੀ ਸੁਣੋ। ਗੁਰੂ ਅਮਰਦਾਸ ਸਾਹਿਬ ਨੇ ਕਿੰਨੇ ਲਿਟਰਲੀ ਤੌਰ ਤੇ ਬਚਨ ਲਿਖੇ, ਏ ਸਰਵਣੋ ਮੇਰੇ ਹੋ ਸਾਚੈ ਸੁਣਨਾ ਨੂੰ ਪਠਾਏ, ਸਾਚੈ ਸੁਣਨਾ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਮੇਰੇ ਕੰਨੋਂ ਕਿਰਪਾ ਕਰੋ, ਪਲੀਜ਼ ਮੇਰੇ ਨਾਲ ਹੋ। ਆਪਾਂ ਕੁਝ ਹਾਇਰ ਲੈਵਲ ਦੇ ਥਾਟ ਸੁਣੀਏ। ਹਾਊ ਮੈਨੀ ਆਰ ਵੀ ਐਕਚੁਅਲੀ ਡੂ ਦਿਸ ਟਾਈਪ ਆਫ ਯੂ ਕੈਨ ਸੇ ਐਕਸਰਸਾਈਜ਼। ਇਹਦੇ ਉੱਤੇ ਗੱਲ ਕਰਕੇ ਦੇਖੀਏ ਅਸੀਂ। ਇਹੋ ਜਿਹੀਆਂ ਚੀਜ਼ਾਂ ਜਿਹੜੇ ਲੋਕ ਕਰਦੇ, ਭਗਤੀ ਇਹ ਹੈ। ਸਿੱਖੀ ਦਾ ਮਾਇਨਾ ਐਕਸਰਸਾਈਜ਼ ਕਰਨਾ, ਪ੍ਰੈਕਟਿਸ ਕਰਨਾ ਆ, ਅਤੇ ਪ੍ਰੈਕਟਿਸ ਐਵੇਂ ਹੀ ਹੋਏਗੀ। ਗੁਰੂ ਅਮਰਦਾਸ ਸਾਹਿਬ ਬਿਆਨ ਕਰਦੇ, ਹਉ ਵਾਰੀ ਜਿਉ ਵਾਰੀ ਨਾਮ ਸੁਣ, ਜਦੋਂ ਸੁਣ ਲਿਆ ਮਨ ਵਸਾਵਣਿਆ। ਜਿਹੜੀ ਚੀਜ਼ ਲਗਾਤਾਰ ਸੁਣੀ ਜਾਏਗੀ, ਜਿਵੇਂ ਮੈਂ ਤੁਹਾਡੇ ਸਾਹਮਣੇ ਇਹ ਜਿਹੀ ਹੁਣ ਐਗਜ਼ਾਮਪਲ ਕੀਤੀ, ਜਦੋਂ ਉਹਨੇ ਗੱਲ ਸੁਣ ਲਈ ਮੇਰੀ, ਉਹਦੀ ਗੱਲ ਮੈਂ ਸੁਣੀ, ਉਹਨੇ ਮੇਰੀ ਗੱਲ ਸੁਣੀ, ਸੁਣਨ ਤੋਂ ਬਾਅਦ ਉਹਨੂੰ ਲੱਗਾ ਰਿਐਲਿਟੀ ਇਹ ਹੈ, ਆਈ ਐਮ ਨੋਟ ਲਿਵਿੰਗ ਇਨ ਰੀਅਲ ਵਰਲਡ, ਆਈ ਐਮ ਲਿਵਿੰਗ ਇਨ ਸਮ ਸੋਰਸ ਆਫ ਯੂ ਕੈਨ ਸੇ ਇਮੈਜਨਰੀ ਵਰਲਡ।
ਸੋ ਆਈ ਰੀਅਲੀ ਵਾਂਟ ਟੂ ਲਿਵ ਇਨ ਰੀਅਲ ਵਰਲਡ। ਭਾਈ ਰੀਅਲ ਵਰਲਡ 'ਚ ਹੀ ਜਾਵਾਂਗੇ ਆਪਾਂ। ਮੰਨਣ ਤੇ ਗੱਲ ਆ ਗਈ। ਹੁਣ ਅਗਲਾ ਬਚਨ ਆ, ਹਰ ਜਿਉ ਸੱਚਾ ਉੱਚੋ ਉੱਚਾ ਹਉਮੈ ਮਾਰ ਮਿਲਾਵਣਿਆ। ਹਰੀ ਬਹੁਤ ਸੱਚਾ ਸੁੱਚਾ ਆ, ਬੜਾ ਹਾਇਰ ਲੈਵਲ ਦੀ ਗੱਲ ਆ। ਉੱਚੋ ਉੱਚਾ, ਉੱਚੇ ਤੋਂ ਉੱਚਾ ਆ। ਰੱਬ ਦੀ ਪੂਜਾ ਬਾਣੀ ਕਹਿੰਦੀ ਹੈ। ਈਵਨ ਮਾਫੀ ਮੰਗਾਂਗਾ ਮੈਂ, ਸਾਡੇ ਘਰ ਦੇ ਵਿੱਚ ਨਾ ਜਿਵੇਂ ਆਮ ਕਰਕੇ ਹੁੰਦਾ, ਆਮ ਤਰਬੀਅਤ ਤੇ ਤੁਸੀਂ ਦੇਖਿਆ ਹੋਣਾ, ਲੋਕੀ ਮਾੜੀ ਮਾੜੀ ਗੱਲ ਤੇ ਸਹੁੰ ਖਾ ਲੈਂਦੇ। ਲੈ ਮੈਨੂੰ ਸਹੁੰ ਲੱਗੇ, ਮੈਂ ਸਹੁੰ ਚੁੱਕਦਾ ਆ। ਸਾਡੇ ਕਲਚਰ 'ਚ ਚੀਜ਼ ਐਲੀਮੀਨੇਟ ਹੋ ਗਈ। ਅਸੀਂ ਸਹੁੰ ਨਹੀਂ ਖਾਂਦੇ ਕਿਸੇ ਦੀ, ਅਸੀਂ ਸਹੁੰ ਨਹੀਂ ਚੁੱਕਦੇ, ਕਿਉਂਕਿ ਸਹੁੰ ਚੁੱਕਾਂਗੇ ਰੱਬ ਦੀ। ਰੱਬ ਤੇ ਬੜਾ ਉੱਚਾ ਆ, ਰੱਬ ਤੇ ਬੜਾ ਬੇਅੰਤ ਆ। ਉਸ ਬੇਅੰਤ ਤੱਕ ਮੇਰੀ ਤੇ ਰਸਾਈ ਕੋਈ ਨਹੀਂ, ਜਿਹੜੀ ਚੀਜ਼ ਨੂੰ ਮੈਂ ਓਨ ਹੀ ਨਹੀਂ ਕਰਦਾ। ਮੈਂ ਕਿਸੇ ਨੂੰ ਇਹ ਕਹਾਂ ਕਿ ਮੈਂ CN ਟਾਵਰ ਤੇਰੇ ਨਾਂ ਲਿਖਤਾ, what do you think? Is it possible? ਹੱਦ ਹੋ ਗਈ, ਮੈਂ ਉਹਨੂੰ ਓਨ ਹੀ ਨਹੀਂ ਕਰਦਾ। ਮੈਂ ਐਵੇਂ ਇਹ ਤੇ ਮੈਂ ਇੱਕ ਤਰ੍ਹਾਂ ਦੀ, ਜਿਵੇਂ ਬੱਚੇ ਮੋਨੋਪੋਲੀ ਗੇਮ ਨਹੀਂ ਖੇਡਦੇ, ਉਹ ਗੇਮ ਖੇਡ ਰਿਹਾ। ਜਿਸ ਚੀਜ਼ ਬਾਰੇ ਜਿੱਥੇ ਮੇਰਾ ਹੱਕ ਹੀ ਨਹੀਂ ਕੋਈ, ਮੈਂ ਉਹਦੇ ਬਾਰੇ ਕੀ ਗੱਲ ਕਰਾਂਗਾ? ਮੈਂ ਕੌਣ ਹੁੰਨਾ ਵਾਂ ਰੱਬ ਬਾਰੇ ਕਿਸੇ ਨੂੰ ਬਿਆਨ ਕਰਾਂ, ਰੱਬ ਬਾਰੇ ਕਿਸੇ ਨੂੰ ਜੱਜ ਕਰਕੇ ਦੱਸਾਂ? ਰੱਬ ਮੇਰੀ ਤੇ ਹਸਤੀ ਕੀ ਹੈ? ਚਲੋ ਮੈਂ ਤੇ ਹੈ ਹੀ ਇੱਕ ਕੱਖਾਂ ਤੋਂ ਹੌਲਾ ਮਨੁੱਖ। ਬਾਬਾ ਨਾਨਕ ਜੀ ਬਿਆਨ ਕਰਦੇ, ਜਪਜੀ ਸਾਹਿਬ ਹੀ ਪੜ੍ਹੀਏ ਫਿਰ ਦੁਬਾਰਾ, ਲਿਟਰਲੀ ਤੌਰ ਤੇ ਆ ਜਾਓ। ਸਭ ਬਿਆਨ ਕਰਦੇ, ਕੁਦਰਤ ਕਵਨ ਕਹਾਂ ਵਿਚਾਰ, ਮੇਰੀ ਕੀ ਕੁਦਰਤ ਹੈ, ਮੇਰੀ ਕੀ ਪਾਇਆ, ਮੇਰੀ ਕੀ ਤਾਕਤ ਹੈ, ਮੈਂ ਤੇਰੀ ਵਿਚਾਰ ਕਰਕੇ ਦੱਸਾਂ। ਆਈ ਐਮ ਨੋਟ ਦੈਟ ਮਚ ਕੈਪੇਬਲ। ਓ ਆਲਮਾਈਟੀ, ਓ ਵਾਹਿਗੁਰੂ, ਜਿਹੋ ਜਿਹਾ ਤੂੰ ਹੈ ਤੂੰ ਹੀ ਹੈ। ਮੈਂ ਤੇ ਬਾਣੀ ਲਿਟਰਲੀ ਤੌਰ ਤੇ ਕਹਿੰਦੀ, ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀ ਜੈ। ਤੇਰੀ ਤੋਂ ਉਪਮਾ ਨਹੀਂ ਦਿੱਤੀ ਜਾ ਸਕਦੀ, ਤੈਨੂੰ ਤੇ ਕਿਸੇ ਐਗਜ਼ਾਮਪਲ 'ਚ ਨਹੀਂ ਪਾਇਆ ਜਾ ਸਕਦਾ। ਸੋ ਵੱਡੇ ਤੋਂ ਵੱਡਾ, ਉੱਚੇ ਤੋਂ ਉੱਚਾ ਆ। ਹਰ ਜਿਉ ਸੱਚਾ ਉੱਚੋ ਉੱਚਾ, ਜਿਹੜੇ ਮੈਨੂੰ ਮਦਦ ਮਿਲ ਸਕਦੀ ਹੈ ਉਹਦਾ ਨਾਮ ਅਹਿਸਾਸ ਕੇ ਲੈ ਕੇ, ਉਹ ਇਤਨੀ ਹੈ। ਹਉਮੈ ਮਾਰ ਮਿਲਾਵਣਿਆ, ਮੈਂ ਉਹਦਾ ਨਾਮ ਲੈ ਕੇ ਆਪਣੀ ਹਉਮੈ ਨੂੰ, ਆਪਣੀ ਐਰੋਗੈਂਸ ਨੂੰ ਖਤਮ ਕਰ ਸਕਦਾ ਆ, ਆਪਣੀ ਈਗੋਟਿਸਟ ਐਟੀਟਿਊਡ ਨੂੰ ਮੁਕਾ ਸਕਦਾ। ਜਿਹਨੂੰ ਮੈਨੂੰ ਇਹ ਲੱਗਦਾ ਨਾ ਕਿ ਮੈਂ ਬੜੀ ਤੋਪ ਹਾਂ, ਮੈਂ ਬੜੀ ਬਲਾਮ ਹਾਂ, ਜਦੋਂ ਮੈਨੂੰ ਪਤਾ ਲੱਗੇ ਕਰਨ ਕਰਾਉਣ ਵਾਲਾ ਤੇ ਉਹੀ ਆ, ਮੈਂ ਕੌਣ ਹੁੰਨਾ, ਮੇਰਾ ਲੈਵਲ ਸਹੀ ਹੋ ਜਾਂਦਾ ਆ। ਇਹ ਹੈ ਹਉਮੈ ਮਾਰ। ਆਪਾਂ ਸੰਸਾਰ ਵਿੱਚ ਚੰਗਾ ਕਰੀਏ ਤੇ ਚੰਗਾ ਕਰਕੇ ਕ੍ਰੈਡਿਟ ਕਰਤਾਰ ਦੇ ਹਿੱਸੇ ਪਾਈਏ, ਜੋ ਅਸਲ ਵਿੱਚ ਕਰਨ ਵਾਲਾ ਆ। ਜੀਵਨ ਸੁਧਰ ਜਾਏਗਾ, ਜੀਵਨ 'ਚ ਜਿਹੜੀ ਹੈ ਉਚਾਈ ਆ ਜਾਏਗੀ। ਅਦਰਵਾਈਜ਼ ਚੰਗਾ ਕਰਕੇ ਖੀਰ ਬਣਾ ਕੇ ਸਵਾਹ ਪੈ ਜਾਂਦੀ ਹੈ। ਚੰਗਾ ਕਰਦੇ ਲੋਕ ਹੰਕਾਰੇ ਜਾਂਦੇ, ਹੰਕਾਰ ਦੇ ਵਿੱਚੋਂ ਲੜਾਈ ਝਗੜਾ ਮੁਫਾਦ, ਅੰਦਰ ਦਾ ਕਲੇਸ਼ ਸਭ ਪੈਦਾ ਹੋ ਜਾਂਦਾ। ਬਾਬਾ ਜੀ ਕਹਿੰਦੇ ਇਹ ਜੀਵਨ ਨਹੀਂ, ਧਰਮ ਇਹ ਹੈ ਚੰਗਾ ਸੁਣੋ, ਚੰਗਾ ਸੁਣ ਕੇ ਮੰਨੋ ਤੇ ਮੰਨ ਕੇ ਆਪਣੇ ਆਪ ਨੂੰ ਗਰਾਊਂਡ ਜਿਹੜਾ ਡਾਊਨ ਟੂ ਅਰਥ ਰੱਖੋ, ਆਪਣੇ ਆਪ ਨੂੰ ਗਰਾਊਂਡ ਲੈਵਲ ਤੇ ਲੈ ਆਓ। ਇਹ ਧਰਮ ਹੈ ਜਿਹੜੇ ਇਹ ਲੋਕ ਕਰਦੇ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਨਾ। ਰੈਸਟ ਆਫ ਸ਼ਬਦ ਇਜ਼ ਐਕਸਪਲੇਨਿੰਗ these teachings in a very, you can say, sophisticated way. Now the time is over. Thank you very much being an attentive listener and participating in Gurudwara Sahib's program. Bhai Sahib is going to conclude with the 5-6 ਪੌੜੀਆਂ ਆਨੰਦ ਸਾਹਿਬ ਦਾ ਪਾਠ and ਅਰਦਾਸ, and I have to leave here. ਆਪ ਸਮੂਹ ਸੰਗਤ ਦਾ ਬੜਾ ਧੰਨਵਾਦ। ਸਭ ਪ੍ਰੇਮ ਆਵਾਜ਼ ਦੇ ਕੇ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।